अजूनी सैभं गुर प्रसाद। तेरे कवन कवन गुण कह कहे गाव, तू साहिब गुणी निधाना। तुमरी महिमा वर्ण ना साकूं, तू ठाकुर ऊच भगवाना। तुमरी महिमा वर्ण ना साकूं, तू ठाकुर ऊच भगवाना। सतनाम वाहेगुरु साहिब जियो, सूही महला पंजवा। उमक्यो हियो मिलन प्रभ ताई, खोजत चरियो देखो प्रिय जाई। उमक्यो हियो मिलन प्रभ ताही, खोजत चरियो देखो प्रिय जाई। सुनत संदेसरो प्रिय ग्रह सेज बिछाई। भ्रम भ्रम आयो तो नदर ना पाई। किन बिध हियरो धीरै निमानो, मिल साजन हाँ तुझ कुर्बानो। रहा एका सेज विछी तन कंता, तन सूती पिर सद जागंता। पियो मधुरो तन मतवंता, तन जागै जे पिर बोलंता। भई निरासी बहुत दिन लागे, देस दिसंतर मैं सगले चागे। खिन रहन ना पावूं बिन पग पागे, होय किरपाल प्रभ मिलह सभागे। भयो किरपा सतसंग मिलाया, बूझी तपत करहें पिर पाया। सगल शिंगार हुन मुझे सुहाया, कहो नानक गुर परम चुकाया। जह देखा तह पिर है पाई, खोलियो कपाट ता मन ठहराई। जह देखा तह पिर है पाई, खोलियो कपाट ता मन ठहराई। रहा दूजा। वाहिगुरु जी का खालसा, वाहिगुरु जी की फतेह। जुगो जुग अटल शब्द सतगुरु तन तन गुरु ग्रंथ साहिब जी, गुरु पातशाह जी दी अजीम अपार बख्शिश असी जीवन दे इस चलदे सफ़र विच एक होर दिन माणिया है। संध्या समय
ਪਾਵਨ ਗੁਰਦੁਆਰਾ ਸਾਹਿਬ ਜੀ ਦਾ ਜੋ ਦੀਵਾਨ ਰੈਗੂਲਰ ਚੱਲਦਾ ਆ, ਉਹ ਦੀਵਾਨ ਚੱਲ ਰਿਹਾ ਹੈ। ਰਹਿਰਾਸ ਸਾਹਿਬ ਜੀ ਕੀ ਪਾਵਨ ਬਾਣੀ ਕੇ ਜਾਪ ਤੋਂ ਉਪਰੰਤ ਹਰੀ ਜਸ ਕੀਰਤਨ ਅਜੇ ਹੁਣੇ ਉਹਦਾ ਸਮਾਪਨ ਹੋਇਆ, ਉਹ ਹੋ ਰਿਹਾ ਸੀ। ਹੁਣ ਸਮਾਂ ਬਣਿਆ ਜੋ ਗੁਰੂ ਸ਼ਬਦ ਵਿਆਖਿਆ ਅਸੀਂ ਕਰਦੇ ਹਾਂ ਉਹਦੇ ਨਾਲ ਆਤਮਸਾਤ ਹੋਈਏ। ਇਸ ਗੋਚਰੇ ਸੋਹੀ ਰਾਗ ਦੇ ਬਚਨ ਅਸੀਂ ਵਿਚਾਰ ਰਹੇ ਹਾਂ। ਮਹਲਾ ਪੰਜਵਾਂ, ਗੁਰੂ ਅਰਜਨ ਪਾਤਸ਼ਾਹ ਪੰਚਮ ਨਾਨਕ ਜੀ ਇਹਨਾਂ ਬਚਨ ਹੁਣ ਉਚਰਿਤ ਕਰ ਰਹੇ ਨੇ, ਜੋ ਬਚਨ ਵਿਚਾਰੇ ਜਾਂਦੇ ਨੇ। ਸ਼ਬਦ ਆਪਨੇ ਸਰਵਨ ਕੀਤਾ ਉਮਕਿਓ ਹੀਓ ਮਿਲਨ ਪ੍ਰਭ ਤਾਈ। ਅਕਸਰ ਇਹ ਸ਼ਬਦ ਹੁਕਮਨਾਮੇ ਦੇ ਰੂਪ ਵਿੱਚ ਵੀ ਆਪ ਗਾਹੇ ਬਗਾਹੇ ਸਰਵਣ ਕਰਦੇ ਹੋ ਜਾਂ ਪੜ੍ਹਦੇ ਹੋ। ਜੋ ਗੁਰਬਾਣੀ ਦੇ ਸ਼ਬਦਾਂ ਦੀ ਵਿਚਾਰ ਕਰਦੇ ਹਾਂ, ਆਪ ਧਿਆਨ ਕਰਦੇ ਹੋਵੋਗੇ। ਸ਼ਬਦਾਂ ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਰਹਾਉ ਦੇ ਬੰਦ ਹੁੰਦੇ ਨੇ। ਇਸ ਸ਼ਬਦ ਵਿੱਚ ਵੀ ਦੋ ਰਹਾਉ ਦੇ ਪਦੇ ਨੇ। ਇੱਕ ਵਿੱਚ ਇੱਕ ਸਵਾਲੀਆ ਨਿਸ਼ਾਨ ਆ ਰਿਹਾ ਹੈ, ਰਹਾਉ ਦੂਜਾ ਉਹਨੂੰ ਅਰਥ ਆ ਰਿਹਾ, ਉਹਦੇ ਭਾਵ ਦਾ ਜਵਾਬ ਹੈ। ਅਸੀਂ ਵਿਚਾਰ ਪਹਿਲੇ ਰਹਾਉ ਦੇ ਪਦੇ ਤੋਂ ਪ੍ਰਾਰੰਭ ਕਰਦੇ ਹਾਂ। ਜਿਵੇਂ ਜਿਵੇਂ ਟਾਈਮ ਸਾਨੂੰ ਅਲਾਓ ਕਰੇਗਾ, ਸਮਾਂ ਅਲਾਓ ਕਰੇਗਾ, ਅਸੀਂ ਬਾਕੀ ਸ਼ਬਦ ਦੀ ਵਿਚਾਰ ਅੱਗੇ ਕਰਾਂਗੇ। ਬਚਨ ਪ੍ਰਾਰੰਭ ਕਰਦੇ ਹਾਂ। ਸਾਹਿਬ ਜ਼ਿਕਰ ਕਰਦੇ ਗੁਰੂ ਅਰਜਨ ਮਹਾਰਾਜ, ਕਿਨ ਬਿਦ ਹੀਰੋ ਧੀਰੈ ਨਿਮਾਨੋ ਮਿਲ ਸਾਜਨ ਹਉ ਤੁਝ ਕੁਰਬਾਨੋ। ਰਹਾਉ, ਕਿਨ ਬਿਦ ਹੀਰੋ ਧੀਰੈ ਨਿਮਾਨੋ। ਅੱਜ ਅਸੀਂ ਕੋਵਿਡ-19 ਦੀ ਜੋ ਪੈਂਡੈਮਿਕ ਹੈ, ਜੋ ਮਹਾਮਾਰੀ ਹੈ, ਪੂਰਾ ਗਲੋਬ ਉਹਦੇ ਨਾਲ ਦੋ ਚਾਰ ਹੋ ਰਿਹਾ ਹੈ। ਬਿਮਾਰ ਲੋਕਾਂ ਦੀ ਗਿਣਤੀ ਵੱਧ ਰਹੀ ਹੈ, ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਠੀਕ ਵੀ ਹੋ ਰਹੇ ਨੇ ਲੋਕ, ਪਰ ਨਾਲ ਦੀ ਨਾਲ ਫੌਤ ਵੀ ਹੋ ਰਹੇ ਨੇ। ਇਸ ਸਾਰੇ ਦੇ ਨਾਲ ਜੋ ਸਭ ਤੋਂ ਨੋਟਿਸੇਬਲ ਚੀਜ਼ ਆ ਉਹ ਹੈਗਾ ਡਰ। ਜਿਹੜਾ ਫੀਅਰ ਫੈਕਟਰ ਹੈ, ਜਿਹੜਾ ਡਰ ਆ, ਉਹ ਪਸਰ ਰਿਹਾ ਵੱਡੇ ਲੈਵਲ 'ਤੇ। ਡਰ ਅਕਸਰ ਤੇ ਲੋਕ ਇਹ ਕਹਿੰਦੇ ਨੇ ਕਿ ਡਰ ਜਿਹੜਾ ਹੈਗਾ ਚੰਗੀ ਚੀਜ਼ ਨਹੀਂ ਗੀ। ਡਰ ਕੇ ਰਹਿਣਾ, ਡਰ ਵਿੱਚ ਜੀਣਾ ਚੰਗੀ ਗੱਲ ਨਹੀਂ ਗੀ। ਦੇਖੋ, ਇਸ ਤਰ੍ਹਾਂ ਜਾਣੋ ਕਿ ਜਿਹੜਾ ਕੋਈ ਵੀ ਚੀਜ਼ ਆ ਐਕਸਟ੍ਰੀਮ ਲੈਵਲ 'ਤੇ, ਡਰਾਸਟਿਕ ਲੈਵਲ 'ਤੇ, ਦੈਟ ਇਜ਼ ਨਾਟ ਗੁੱਡ। ਮੈਂ ਇਹਦੀ ਐਗਜ਼ਾਮਪਲ ਕਰਦਾ। ਸਾਡਾ ਫੂਡ ਆ, ਆਵਰ ਫੂਡ ਇਜ਼ ਏ ਕੰਬੀਨੇਸ਼ਨ ਆਫ ਐਕਚੁਅਲੀ few elements or few kind of things. ਉਹਦੇ 'ਚ ਜਿਸ ਮਾਤਰਾ ਦੇ ਵਿੱਚ ਆਟਾ ਆ, ਮੈਦਾ ਆ, ਵੈਜੀਟੇਬਲਸ ਨੇ, ਪੀਪਲ ਹੂ ਆਰ ਮੀਟ ਈਟਰਸ, ਮੀਟ ਵਗੈਰਾ ਉਹਨਾਂ ਦਾ ਜੋ ਉਸ ਰੂਪ ਵਿੱਚ ਹੈ, ਉਸ ਮਾਤਰਾ ਦੇ ਵਿੱਚ ਜਿਵੇਂ ਪੈਪਰਸ ਹੁੰਦੇ ਨੇ, ਮਿਰਚਾਂ ਹੁੰਦੀਆਂ ਨੇ, ਸਾਲਟ, ਨਮਕ ਹੁੰਦਾ ਆ, ਜਾਂ ਅਦਰ ਇਨਗਰੀਡੀਐਂਟਸ, ਉਹ ਨਹੀਂ ਹੈਗੇ। ਪੀਪਲ ਯੂਜ਼ ਦੈਮ ਬਟ ਇਨ ਏ ਵੈਰੀ, ਯੂ ਕੈਨ ਸੇ, ਜੋ ਹੈਗਾ ਬੜੇ ਕੰਟਰੋਲਡ ਮੈਨਰਸ ਦੇ ਵਿੱਚ। ਹੁਣ ਸਪੋਜ਼ ਕਰੋ ਕੋਈ ਸਵਾਣੀ ਪ੍ਰਸ਼ਾਦਾ ਬਣਾਉਣ ਲੱਗੀ ਹੈ, ਤਾਂ ਉਹਨੇ ਪਰਾਤ ਵਿੱਚ ਕੁਝ ਆਟਾ, ਫਲਾਵਰ ਜਿਹੜਾ ਹੈਗਾ ਉਹਨੂੰ ਪਾਇਆ ਹੈ। ਤੁਹਾਨੂੰ ਲੱਗਦਾ ਹੈ ਕਿ ਜਿੰਨੇ ਮੈਂਬਰ ਨੇ ਖਾਣ ਵਾਲੇ, ਉਹਦੇ ਅਕੋਰਡਿੰਗਲੀ ਆਟਾ ਇਨਫ ਨਹੀਂ ਹੈਗਾ ਮੇਰੇ ਕੋਲ, ਪਰ ਨਮਕ ਦੀ ਬਾਲਟੀ ਭਰੀ ਪਈ ਹੈ। ਤੂੰ ਸੋਚੇ ਵੀ ਚਲੋ ਕੋਈ ਗੱਲ ਨਹੀਂ, ਹੁਣ ਇੱਕ ਕੰਮ ਕਰਦੀ ਹਾਂ, ਮੇਰੇ ਕੋਲ ਨਮਕ ਘੱਟ ਰਿਹਾ, ਆਟਾ ਘੱਟ ਰਿਹਾ ਹੈ ਅਤੇ ਨਮਕ ਇਨਫ ਪਿਆ ਹੈ, 2 ਕੱਪ ਭਰ ਕੇ ਵੱਡੇ ਨਮਕ ਦੇ ਨਾਲ ਮਿਕਸ ਕਰ ਦਿਓ ਉਸ ਆਟੇ ਦੇ। ਵਾਟ ਡੂ ਯੂ ਥਿੰਕ? ਐਨੀਵਨ ਕੈਨ ਈਟ ਐਨੀ ਬ੍ਰੈਡ ਔਰ ਐਨੀ ਰੋਟੀ ਫਰੋਮ that kind of dough? No way. ਇਹ ਨਹੀਂ ਕਿ ਆਟਾ ਲੂਣ ਵਿੱਚ ਪਾਇਆ ਨਹੀਂ ਜਾ ਸਕਦਾ, ਪਾਇਆ ਜਾ ਸਕਦਾ ਹੈ, ਪਰ ਕਿੰਨਾ? ਬੜੇ ਕੰਟਰੋਲਡ ਮੈਨਰਸ ਦੇ ਵਿੱਚ। ਸੋਡੀਅਮ ਜਿਹੜਾ ਆਲਮੋਸਟ ਸਾਰਾ ਫੂਡ ਕੈਰੀ ਕਰਦਾ, ਨੈਚੁਰਲ ਵੀ ਹੁੰਦਾ ਅਤੇ ਅਸੀਂ ਜਿਹੜਾ ਉਹਨੂੰ ਐਡ ਵੀ ਕਰਦੇ ਹਾਂ when we actually make something.
ਐਗਜ਼ੈਕਟਲੀ ਸਾਡਾ ਜਿਹੜਾ ਜੀਵਨ ਆ ਇਹਦੇ ਵਿੱਚ ਵੀ ਕੁਝ ਖਾਸ ਕੈਮੀਕਲਸ ਨੇ। ਇਨ ਲਿਟਰੇਚਰ ਵੀ ਕਾਲ them ਰਸ। 9 ਰਸਾਂ ਦਾ ਸੁਮੇਲ ਹੈ ਜੀਵਨ। ਇਹਨਾਂ ਦੇ ਵਿੱਚ ਕੁਝ ਰਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਚਾਹੀਦੇ ਨੇ। ਜਿਵੇਂ ਰਸੋਈ ਦੇ ਵਿੱਚ ਆਟਾ ਜ਼ਿਆਦਾ ਚਾਹੀਦਾ ਹੈਗਾ ਮੁਕਾਬਲਤਨ ਦੂਜੀਆਂ ਚੀਜ਼ਾਂ ਦੇ। ਚੌਲ ਜ਼ਿਆਦਾ ਚਾਹੀਦੇ ਨੇ, ਜਿਵੇਂ ਗ੍ਰੇਨ ਆ ਉਹ ਜ਼ਿਆਦਾ ਚਾਹੀਦਾ ਹੈ, ਵੈਜੀਟੇਬਲ ਜ਼ਿਆਦਾ ਚਾਹੀਦੇ ਨੇ। ਜਿਹੜੇ ਹੋਰ ਇਨਗਰੀਡੀਅੰਟਸ ਨੇ ਉਹ ਥੋੜ੍ਹੇ ਹੋਣਗੇ ਉਸ ਰੂਪ ਦੇ 'ਚ, ਉਸ ਲੈਵਲ 'ਤੇ। ਸੋ ਐਗਜ਼ੈਕਟਲੀ ਸਾਡੀ ਜ਼ਿੰਦਗੀ ਦੇ ਜਿਹੜਾ ਸਭ ਤੋਂ ਵੱਧ ਚੀਜ਼ ਚਾਹੀਦੀ ਹੈਗੀ ਹੈ, ਸਾਨੂੰ ਜਿਨ੍ਹਾਂ ਰਸਾਂ ਦੀ ਸਭ ਤੋਂ ਵੱਧ ਲੋੜ ਆ, ਸਭ ਤੋਂ ਵੱਧ ਸਾਨੂੰ ਚਾਹੀਦਾ ਸ਼ਾਂਤ ਰਸ, ਕਿਉਂਕਿ ਇਹਨੇ ਪੇਸ਼ੈਂਸ ਨੂੰ ਜਨਰੇਟ ਕਰਨਾ ਆ। ਜਿਹੜਾ ਪੇਸ਼ੈਂਸ ਆ, ਧੀਰਜ ਆ, ਮਦਰ ਨੇਚਰ ਦਾ ਲਾ ਆ। ਜਿਹੜੀ ਹਰ ਚੀਜ਼ ਆ ਇੱਕ ਪ੍ਰੋਸੈਸ ਦੇ ਨਾਲ, ਇੱਕ ਟਾਈਮ ਦੇ ਨਾਲ ਬਿਲਡ ਹੁੰਦੀ ਹੈ। ਜਦੋਂ ਅਸੀਂ ਪੇਸ਼ੈਂਸ ਦੀ ਲੈਕਿੰਗ ਕਰ ਜਾਂਦੇ ਹਾਂ ਦੈਨ ਡੈਫੀਨੇਟਲੀ ਅਸੀਂ ਨੈਚੁਰਲ ਪ੍ਰੋਸੈਸ ਨੂੰ ਅੰਡਰਸਟੈਂਡ ਨਹੀਂ ਕਰ ਪਾਉਂਦੇ, ਕਾਹਲੇ ਪੈ ਜਾਂਦੇ ਹਾਂ। ਉਸ ਕਾਹਲੇਪਨ ਦੇ ਵਿੱਚੋਂ ਜਿਹੜੀ ਇੰਡਸਟਰੀਲਾਈਜੇਸ਼ਨ ਹੈ ਅੱਜ, ਜਿਹੜੀ ਜਿਸ ਲੈਵਲ 'ਤੇ ਅੱਜ ਅਸੀਂ ਇੰਡਸਟਰੀ ਨੂੰ ਬਿਲਡ ਕਰ ਰਹੇ ਹਾਂ, ਜਿਸ ਤਰੀਕੇ ਨਾਲ ਅਸੀਂ ਸਾਰਾ ਟੋਟਲ ਸੋਸ਼ਲ ਸਟਰਕਚਰ ਬਿਲਡ ਕਰ ਰਹੇ ਹਾਂ, that is kind of hectic, ਕਾਲਾਪਨ, ਫਾਸਟ ਫੂਡ, ਫਾਸਟ ਟਰੈਕ, ਈਵਨ ਐਜੂਕੇਸ਼ਨ ਫਾਸਟ ਟਰੈਕ ਕਰ ਦਿੱਤੀ ਗਈ। ਜਸਟ ਫਟਾਫਟ ਆਓ 2 4 10 ਮਹੀਨਿਆਂ 'ਚ 2 ਸਾਲ ਦਾ ਕੋਰਸ ਕਰੋ, ਡਨ, ਚਲੋ ਰੈਡੀ ਟੂ ਜੌਬ। ਕਿਸੇ ਨੂੰ ਐਜੂਕੇਸ਼ਨ ਲੈਣ ਦਿਓ, ਉਹਨੂੰ ਸਮਝਣ ਦਿਓ, ਉਹਨੂੰ ਗ੍ਰੈਬ ਕਰਨ ਦਿਓ, ਉਹਨੂੰ ਸਾਧਨ ਉਸ ਲੈਵਲ 'ਤੇ ਅਡਾਪਟ ਕਰਨ ਦਿਓ। ਇਹ ਮੈਂ ਇੱਕ ਲੈਵਲ ਦੀ ਬਾਤ ਕੀਤੀ। ਖਾਣ ਦੀ ਚੀਜ਼ ਦੇਖੋ, ਜਾਂਦਿਆਂ ਜਾਂਦਿਆਂ ਫੜ ਲਿਆ, ਰਾਜ ਖਾਂਦਿਆਂ ਖਾਂਦਿਆਂ ਤੁਰ ਗਏ। ਜ਼ਿੰਦਗੀ ਇਸੇ ਤਰੀਕੇ ਨਾਲ ਰੇਲ ਬਣੀ ਪਈ ਸਾਰੇ ਸਾਰੇ। ਸੋ ਇਸ ਸਾਰੇ ਦੇ ਵਿੱਚ ਜਿਹੜੀ when we were talking about wisdom yesterday and some people were asking, Bhai Sahab, we understand we need wisdom, but can you tell us how can we get it? ਸਾਡੇ ਕੋਲ ਤੇ ਵਿਜ਼ਡਮ ਦਾ ਦਰਿਆ ਚੱਲਦਾ 4 ਚੁਫੇਰੇ। ਗੁਰੂ ਗ੍ਰੰਥ ਸਾਹਿਬ itself, it's full with blessings and wisdom, but still as a Sikh we are not getting it. Why? What's wrong? ਜਿਹੜਾ ਬੁਨਿਆਦੀ ਚੀਜ਼ ਆ, ਦੇਖੋ ਵਾਈਜ਼ ਬੰਦੇ ਦੇ ਕੋਲ ਪੇਸ਼ੈਂਸ ਵੀ ਹੋਏਗਾ ਬਹੁਤ ਸਾਰਾ, ਪਰ ਜੇ ਪੇਸ਼ੈਂਸ ਹੋਏਗਾ ਕੋਲ, ਉਹ ਵਾਈਜ਼ ਵੀ ਜ਼ਿਆਦਾ ਵਧੀਆ ਬਣ ਸਕੇਗਾ। ਸੋ ਉਹ ਇੱਕ ਦੂਜੇ ਦੇ ਪੂਰਕ ਨੇ, ਵਾਇਸ ਵਰਸਾ ਉਸ ਲੈਵਲ 'ਤੇ ਆ ਰਹੇ ਨੇ। ਹੁਣ ਜਿਹੜੀ ਬਾਤ ਹੋਣ ਲੱਗੀ ਹੈ ਇਹਦੇ ਅੰਦਰ ਕਿ ਕੁਝ ਬੁਨਿਆਦੀ ਚੀਜ਼ਾਂ ਦੀ ਸਾਨੂੰ ਲੋੜ ਆ। ਸਭ ਤੋਂ ਬੁਨਿਆਦੀ ਚੀਜ਼ ਸਾਡੇ ਕੋਲ 9 ਰਸਾਂ ਦੇ ਵਿੱਚ ਸ਼ਾਂਤ ਰਸ ਚਾਹੀਦਾ ਹੈਗਾ। ਜੇ ਸ਼ਾਂਤ ਰਸ ਦੀ ਕਮੀ ਆ ਗਈ, ਬਾਕੀ ਰਸ ਜਿੰਨੇ ਮਰਜ਼ੀ ਹੋਣ। ਅੱਜ ਹਾਸ ਰਸ ਕਿੰਨਾ ਲੋਕੀ ਲਿਆਉਣਾ ਚਾਹੁੰਦੇ ਨੇ ਆਪਣੀ ਲਾਈਫ ਦੇ ਵਿੱਚ। ਈਵਨ COVID-19 ਵਰਗੀ ਪੈਂਡੈਮਿਕ ਦੇ ਵਿੱਚੋਂ ਪੀਪਲ ਆਰ ਟਰਾਈਂਗ ਟੂ ਫਾਈਂਡ ਆਊਟ ਸਮ ਲਾਫਟਰ, ਐਂਡ ਦੈਟਸ ਵਾਈ ਸੋਸ਼ਲ ਮੀਡੀਆ ਇਜ਼ ਫੁੱਲ ਵਿਦ ਦੋਜ਼ ਕਾਈਂਡ ਆਫ ਥਿੰਗਸ, ਐਂਡ ਪੀਪਲ ਆਰ ਜਸਟ ਸੇਇੰਗ ਹਾ ਹਾ ਹੂ ਹੂ ਹੇਅਰ ਐਂਡ ਦੇਅਰ ਡਿਊ ਟੂ ਸਮ ਕਾਈਂਡ ਆਫ ਉਹ ਜਿਹੜੇ ਲੋਕ ਇਸ ਤਰੀਕੇ ਨਾਲ ਸਿਲੀ ਐਕਟ ਕਰ ਰਹੇ ਨੇ, ਸਭ ਚੀਜ਼ਾਂ ਕਰ ਰਹੇ ਨੇ। ਪਰ ਇਹ ਜ਼ਿੰਦਗੀ ਇਹਦੇ ਨਾਲ ਖੁਸ਼ ਹੋ ਜਾਏਗੀ। ਖੁਸ਼ੀ ਕਿਵੇਂ ਹੋ ਜਾਏਗੀ? ਬਨਾਵਟੀ ਖੁਸ਼ੀ ਹੈ। ਇਹਦੇ ਨਾਲ ਹੀ ਜਿਹੜਾ ਇੱਕ ਖਾਸ ਰਸ ਸਾਨੂੰ ਚਾਹੀਦਾ ਆ, ਭਾਵੇਂ ਥੋੜ੍ਹੇ, ਜਿਵੇਂ ਫੂਡ ਦੇ ਇਨਗਰੀਡੀਐਂਟ ਦੇ ਅਕੋਰਡਿੰਗਲੀ, ਜਿਵੇਂ ਨਮਕ ਦੀ ਲੋੜ ਹੈ, ਜਿਵੇਂ ਮਿਰਚਾਂ ਦੀ ਲੋੜ ਹੈ, ਜਿਵੇਂ ਕਈ ਵਾਰ ਕੁਝ ਚੀਜ਼ਾਂ ਨੂੰ ਜਸਟ ਫਲੇਵਰ ਐਡ ਕਰਨਾ ਹੀ ਹੁੰਦਾ ਆ। ਸ਼ੈਫਰੋਨ, ਕੇਸਰ ਹੀ ਮਾੜਾ ਜਿਹਾ ਪਾਉਣਾ ਉਹਦੇ ਉੱਤੇ, ਬਸ ਥੋੜ੍ਹਾ ਜਿਹਾ ਜਿਹੜਾ ਹੈਗਾ, ਜਿਵੇਂ ਕੋਈ ਤੇਜ਼ ਪੱਤਾ ਪਾਉਣਾ ਹੈ, ਹਿੰਗ ਲਗਾ ਦੇਣੀ ਮਾੜੀ ਜਿਹੀ, ਬਸ ਇਸ ਤਰੀਕੇ ਦੇ ਨਾਲ। ਬਟ ਉਹਦਾ ਇੱਕ ਪੂਰਾ ਦਾ ਪੂਰਾ ਕਈ ਵਾਰ ਕਿਸੇ ਡਿਸ਼ ਵਿੱਚ, ਕਈ ਵਾਰ ਕਿਸੇ ਸਬਜ਼ੀ 'ਚ, ਕਿਸੇ ਖਾਸ ਕਰੀ ਬਣਾਉਣ ਦੇ ਵਿੱਚ ਇੱਕ ਖਾਸ ਰੋਲ ਆ। ਇਨ ਬਿਨ ਸਾਡੇ ਜੀਵਨ ਦੇ ਵਿੱਚ ਜਿਹਨੂੰ ਅਸੀਂ ਪਿਪਿਦਰ ਰਸ ਕਹਿੰਦੇ ਹਾਂ, ਡਰ, ਇਹ ਬਹੁਤ ਜ਼ਰੂਰੀ ਹੈ। ਡਰ ਤੋਂ ਬਿਨਾਂ ਜੀਵਨ ਜਿਵੇਂ 9 ਰਸਾਂ 'ਚ ਇੱਕ ਰਸ ਖਿਰ ਜਾਏ। Let me give you one more example over here. That example is the whole actually world's different musical instruments. We can see each instrument is carrying 7 notes, especially instruments who are actually giving us some kind of melodious voices, ਜਿਵੇਂ ਵਾਜਾ ਆ, ਜਿਵੇਂ ਸਤਾਰ ਆ, ਇਹੋ ਜਿਹੇ ਸਾਰੀਆਂ ਚੀਜ਼ਾਂ ਜਿਹਨਾਂ 'ਚੋਂ ਸੁਰ ਵੱਜਦੇ ਨੇ।
इन्हां 'च 7 नोट्स होंदे ने, इन्नी जी पिच होंदी है 7 नोट्स उत्ते बिल्ट की गई होंदी है। इन्हां चों कोई सितार आ, कोई वाजा आ, कोई जैसा मर्जी, कोई किसी किस्म की भी जिहड़ी है साज की बात की जाए। हुण वाजा आ, वाजे दे च 7 सुरां ने, 7 सुरां दे 3 एटलीस्ट लैवल जिहड़े ने उहदे च रखदे हुंदे ने, उस तरीके नाल ज़्यादा भी हुंदे ने, कई वार 3 ते पक्के हुंदे ने, ते उहदे विचों एक सुर पट दित्ती जाए, दैट्स इट। मतलब उन्होंने एक सुर कढ़ दी जाए, सारा वाजा बेसुरा हो जाएगा टोटल। 7 सुरां चों एक सुर ना वजे, वाजा बेसुरा आ। जीवन दे विच भी एग्जैक्टली सेम थिंग आ। 9 रस ने, एक रस तुसीं विचों घटा दिओ, बाकी सारे दे सारे रस बेमानी हो जाएंगे। बैलेंस आ इनू अज दी असी जिन्हों कहा जाए कि साइकोफार्माकोलॉजिकल मॉडल दे विच असी इनू इंबैलेंसमेंट कहने, इंबैलेंसमेंट ऑफ कैमिकल्स, जो कि जेड़े साडे खाना पाना रहना सहना वेखना सब कैमिकली प्रोड्यूस करता साडे अंदर। कोई यूफोरिया प्रोड्यूस कर रहा है, कोई डोपामाइन जिहड़ा हैगा वो प्रोड्यूस कर रहा है, दोज आर ऑल द कैमिकल्स। हुण जिहड़ी बात आ रही है सारे दी सारी, वो आ रही है जिथे महाराज बयान कर रहे, जिथे मैं बेस गल कर लगा सीगा, डर। सब तो वड्डा डर किहदा हैगा? मौत का। मर जाना आ, डर लगता है। जिड्डी मौत नेड़े दिसदी है उन्ना ज़्यादा बंदा भयभीत होंदा है। इवन टुडे आई वॉज टॉकिंग वन ऑफ माई फ्रेंड, एक्चुअली ही इज एज्ड पर्सन बट वेरी एक्चुअली नाइस पर्सन, तो बात कर रहे थे अपने परसनल एक्सपीरियंस के विचों। तो कहते कोविड-19 सिचुएशन है, डे बाय डे लोग मर रहे हैं, आले दुआले तुसीं खबरां सुनदे हो। जिन्नी देर तक कोई चीज़ परसनल ना आवे बंदे नूं लगदा नहीं गा, जैसे कहना भी जिस तन लग है सो ही जाना है, उन्नी देर तक नहीं पता लगता। कहते कुछ वैसे भी एज्ड हैगा या सेहत इन्नी वाजिब नहीं रहिंदी, सेहत कुछ इशूज थोड़े बहुते रहिंदे ने, पर हाँ काम कार करदा हाँ उस ढंग दे नाल। पिछले कुछ दिनों तो साइनस जिहड़े सीगे वो जवाब दे रहे सीगे चंगी तरह, साह लैण च इशू आ रहा सी थोड़ा बहुता, विच ही खंघ होनी शुरू हो गई थोड़ी थोड़ी। अखीर हालत ये बन गई कि म्यूकस आ जिन्हों असीं बलगम कहने, ये काफ़ी वध गई एंड आई वॉज हैविंग ट्रबल ईवन टू ब्रीथ प्रॉपरली। इस सारे इशू के इस किस्म की बात हुई। फैमिली दे विच ही कोई मैडिकल प्रोफैशनल आ, उन्होंने कॉल की, उन्हें सारा सिनेरियो सुनिया, उन्हें कहा यू नो वी शुड नॉट वेट एनी मोर, लेट्स गो टू द हॉस्पिटल। ठीक है जी। कहना हुण जदों मैं जान लगा तो उस समय मेरे एक होर सज्जन ने मैनूं कहा, कह लगे गल ये है हस्पताल जाना अपनी मर्जी नाल हुंदा है, आउणा उन्हां दी मर्जी नाल हुंदा। ते कई वारी वापसी लोग तुर के पैरों ते जाते हैं, वापसी पैरों ते नहीं होंदी। एंड वी हैव सीन सो मैनी, एक्चुअली इवन रीसेंटली वी हैव सीन सो मैनी थिंग्स। खैर कहते मैं इस सारे दे विच जदों बात हो रही है, एकदम मौत बड़ी नेड़े होंदी सी, सोचा सफ़र मुक्कण वाले पासे है, बिकॉज फैमिली मैंबरस कह रहे हैं, हेल्थ प्रोफैशनल्स कह रहे हैं, एंड एट द सेम टाइम आई कैन सी समथिंग is not good with my own health. Then actually I just invited my other family members. घरें च मैं आवाज़ मारी दी, उन्होंने इनवाइट किया, कोल बुलाया, and after calling them I actually discussed some stuff with them. कुछ दसिया घर दा समान, कुछ जिवें बदनाम करके हुंदा है कि आ चीज़ां ने, सारा हिसाब किताब जा सारा कहंदा मोटा मोटा जो मैं समझा दिता। And when I was walking out from my actually house, that time I have a feeling inside. की लैके चला है नाल? सिर ते साफा बन्निया, बस जिहड़ा रात नूं बन्निया सौण लग्या, नाइट सूट पाया है, कलाकार जाके बैठ गया, हो सकता है वापसी इत्थों ना ही होए। ये फीयर है, ਇਹਦਾ एक लैवल ये है जिस बंदा बहुत डर जाता है, एक इत्थों फिर नैक्सट लैवल है
ਜਿੱਥੇ ਰਿਐਲਿਟੀ ਨੂੰ ਐਕਸੈਪਟ ਕੀਤਾ ਜਾਂਦਾ। ਯੈਸ, ਦੈਟ ਇਜ਼ ਰਿਐਲਿਟੀ, ਬਟ ਅੰਟਿਲ ਮਦਰ ਨੇਚਰ ਇਜ਼ ਬਲੈਸਿੰਗ ਮੀ actually few more days, few more you can say breath, until that I will perform my life according to universal truth. ਹੁਣ ਆ ਜਿਹੜੀ ਬਾਤ ਆ ਇਹ ਹੈ ਤੁਸੀਂ ਉਸ ਮੌਤ ਦੇ ਭੈ ਨੂੰ ਇੱਕ ਨੈਕਸਟ ਲੈਵਲ ਤੇ ਲੈ ਆਏ ਹੋ ਵੀ ਥੋੜੇ ਸਮੇਂ ਦੇ ਪ੍ਰਾਹੁਣੇ ਆ, ਜਾਣਾ ਤੇ ਹੈ, ਕੁਛ ਚੰਗਾ ਕਰਦੇ ਆ, ਕੁਛ ਵਧੀਆ ਕਰਦੇ ਆ। ਗੁਰਬਾਣੀ ਨੇ ਆ ਸਮਝਾਇਆ। ਗੁਰਬਾਣੀ ਕਹਿੰਦੀ ਡਰ ਹੋਏ, ਡਰ ਹੈ ਤੇ ਹੋਣਾ ਵੀ ਚਾਹੀਦਾ। ਕੌਣ ਰਿਹਾ ਸਦਾ ਇੱਥੇ? ਇੱਥੇ ਰਾਮ ਗਇਓ, ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ। ਪਰਿਵਾਰ ਦਾ ਬੰਦੇ ਕਹਿੰਦਾ ਕੇਅਰ ਕਰਨ ਵਾਲੇ ਹੈਗੇ ਨੇ, ਕੁਝ ਨਹੀਂ ਹੁੰਦਾ। ਮੇਰੇ ਇੱਕ ਹੋਰ ਮਿੱਤਰ ਨੇ, ਉਹਨਾਂ ਦੇ ਡਿਊ ਟੂ ਕਰੋਨਾ ਉਹਨਾਂ ਦੀ ਵਾਈਫ ਦੀ ਡੈਥ ਹੋ ਗਈ ਯੂਰਪ ਵਿੱਚ। ਤੇ ਉਹ ਜਦੋਂ ਡੈਥ ਹੋਈ ਉਹ ਦੂਰ ਸੀਗੀ, ਕਿਤੇ ਉਹ ਦੂਰ ਸੀਗੇ ਕਿਉਂਕਿ ਸਿਚੁਏਸ਼ਨ ਇਹੋ ਜਿਹੀ ਕ੍ਰੀਏਟ ਹੋ ਗਈ। ਅਤੇ ਮੇਰੇ ਨਾਲ ਗੱਲ ਹੋਈ ਅਤੇ ਗੱਲ ਹੋਣ ਤੋਂ ਬਾਅਦ ਕਹਿੰਦੇ ਭਾਈ ਸਾਹਿਬ ਮੈਂ ਗਰੰਟੀ ਕਰਦਾ ਜੇ ਕਿਤੇ ਇੱਥੇ ਹੁੰਦੀ ਨਾ ਤਾਂ ਮਰਨ ਨਹੀਂ ਸੀ ਦੇਣਾ। ਮੈਂ ਕਿਹਾ ਵੀ ਆਮ ਸੋ ਸੌਰੀ, ਮੈਂ ਤੁਹਾਨੂੰ ਇਸ ਦੁੱਖ ਦੇ ਸਮੇਂ 'ਚ ਗੱਲ ਕਹਿ ਰਿਹਾ, ਪਰ ਤੁਸੀਂ ਸਿਆਣੇ ਬਹੁਤ ਹੋ। ਜਿਨ੍ਹਾਂ ਦੇ ਸਿਰਾਂ ਦੇ ਉੱਤੇ ਬੈਠੇ ਹੁੰਦੇ ਨੇ ਨਾ ਸਾਰੇ 50-50 100-100 ਕਾਲ ਜਦੋਂ ਆਉਂਦਾ ਆ, ਅਸੀਂ ਤੇ ਬਚਨ ਪੜ੍ਹਦੇ ਆ ਇਹੋ ਜਿਹੇ, ਕਾਲ ਪਾਏ ਬ੍ਰਹਮਾ ਬੱਪ ਧਰਾ, ਕਾਲ ਪਾਏ ਸਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ। ਉਹਦਾ ਤਮਾਸ਼ਾ ਆ, ਜਦੋਂ ਦੀ ਚੱਕੀ ਚੱਲਦੀ ਉਹ ਸਭ ਨੂੰ ਪੀ ਕੇ ਰੱਖ ਦਿੰਦੀ ਸਭ ਕਾਸੇ ਦੇ ਵਿੱਚ। ਵਾਟ ਆਰ ਯੂ ਥਿੰਕਿੰਗ? ਤੁਸੀਂ ਕਹਿੰਦੇ ਹੋ ਕੁਣਬਾ ਕੌਰ ਨਹੀਂ ਸੀ, ਪਰਿਵਾਰ ਨਹੀਂ ਸੀ, ਸੰਭਾਲ ਨਹੀਂ ਹੋਈ। ਬਾਣੀ ਨੂੰ ਪੜ੍ਹੋ, ਰਾਮ ਗਇਓ, ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ। ਸਿਰ ਤੇ ਖੜਾ ਸਾਰਾ ਟੱਬਰ, ਅਸੀਂ ਹੈਲਪ ਕਰਾਂਗੇ, ਅਸੀਂ ਮਦਦ ਕਰਾਂਗੇ, ਪਾਣੀ ਪਿਆਉਣ ਵਾਲੇ, ਦਵਾਈਆਂ ਦੇਣ ਵਾਲੇ। ਪਰ ਇਹ ਮਦਰ ਨੇਚਰ ਦਾ ਲਾ ਆ, ਇਹਨੂੰ ਕੌਣ ਤੋੜ ਸਕਦਾ ਹੈ? ਫਿਰ ਇਹੋ ਜਿਹੇ ਲੈਵਲ ਤੇ ਬੰਦਾ ਜਦੋਂ ਚਲਾ ਜਾਂਦਾ ਹੈ, ਸਮਟਾਈਮ ਪੀਪਲ ਆਸਕ ਮੀ, ਭਾਈ ਸਾਹਿਬ what do you think? We actually get birth in this world, then we live here for a few years and afterward we die. That's all actually show we witness over here. What's the purpose? Getting this life, having some time over here. Yeah, we never try to pay attention. Bani telling us what's the purpose. ਬਾਣੀ ਕਹਿੰਦੀ ਪਰਪਸ ਇਹ ਹੈਗਾ, ਮੰਨ ਕੇ ਚੱਲ ਜੀਵਨ ਥੋੜ੍ਹ ਚਿਰ ਆਇਆ, ਥੋੜ੍ਹੇ ਚਿਰੇ ਜੀਵਨ ਦੇ ਵਿੱਚ ਆਪਣੇ ਅਸਲ ਜਿਹੜੀ ਹਾਈਐਸਟ ਪੋਸੀਬਿਲਿਟੀ ਹੈ ਲਾਈਫ ਦੀ, ਉਸ ਡਿਵਾਈਨ ਐਬਿਲਿਟੀ ਨੂੰ ਟੱਚ ਕਰਨਾ ਆ, ਜਿਹਨੂੰ ਟੱਚ ਕਰਨ ਵਾਸਤੇ ਤੈਨੂੰ ਲਾਈਫ ਮਿਲੀ ਹੈ। ਪੀਪਲ ਕੈਨ ਨੇਮ ਰੱਬ, ਵਾਹਿਗੁਰੂ ਨੂੰ ਮਿਲਣਾ, ਭਗਵਾਨ ਨੂੰ ਮਿਲਣਾ, ਐਨੀ ਨੇਮ ਯੂ ਕੈਨ ਗਿਵ। Gurbani can say us, or Gurbani says us, we should have or we should enjoy oneness with Almighty Akal Purkh Vaheguru, which is real true, which is real ultimate reality. Sacyar hona, kiv sacyara hui hai. That is the purpose of life. ਇੱਥੇ ਬਾਬਾ ਜੀ ਨੇ ਬਚਨ ਕਿਹਾ ਇਹਦੇ 'ਚ, ਜਦੋਂ ਪਤਾ ਲੱਗ ਗਿਆ ਸਚਿਆਰ ਹੋਣ ਲਈ ਆਇਆ ਵਾਂ ਇੱਥੇ, ਲਾਈਫ ਦਾ ਆਹ ਰੀਅਲ ਪਰਪਸ, ਇਹਨੂੰ ਮੈਂ ਇੰਜੋਏ ਕਰਨਾ, ਇਹਨੂੰ ਮੈਂ ਸਰਵ ਕਰਨਾ ਹੈ। ਅਤੇ ਬਿਲਕੁਲ ਇੰਟਲੈਕਚੁਅਲ ਸਾਈਡ ਤੋਂ ਇੰਟਲੈਕਟ ਨੇ ਐਗਜ਼ੈਕਟਲੀ ਇਹ ਚੀਜ਼ ਜਿਹੜੀ ਹੈ ਮੈਨੂੰ ਰਿਅਲਾਈਜ਼ ਕਰਾ ਦਿੱਤੀ। ਸਾਡਾ ਜਿਹੜਾ ਇੰਟਲੈਕਟ ਆ, ਮੋਸਟ ਆਫ ਦਾ ਟਾਈਮ ਇਟ plays very negative role. It makes some kind of excuses, some kind of doubt, some kind of own theories, and try to escape us from the real divine or spiritual purpose. But once anyone's intellect is ready to help that individual, after actually coming on that stage, that individual might not be able
to have patience anymore. That individual might say, I'm very actually hectic, I'm very, you can say, I cannot wait. I really want it to enjoy that oneness. ਇਹ ਹੈ ਜਦੋਂ ਕਾਲਾਪਨ ਪੈਂਦਾ ਹੈ ਬੈਰਾਗ ਦੀ ਹਾਲਤ ਵਾਲੇ ਪਾਸੇ ਦਾ। ਜਦੋਂ ਸਮਝ ਆ ਗਈ, ਜਦੋਂ ਪਤਾ ਲੱਗ ਗਿਆ ਜੀਵਨ ਦਾ ਪਰਪਸ ਹੀ ਇਹ ਹੈ, ਫਿਰ ਤੈਨੂੰ ਅਚੀਵ ਹੀ ਨਾ ਕੀਤਾ ਜਾਏ, ਪਹਿਲਾਂ ਇਹਨੂੰ ਹੀ ਨਾ ਮਾਣਿਆ ਜਾਏ, ਪਰ ਇਹ ਗੱਲ ਬਣਦੀ ਨਹੀਂ। ਇੰਟੈਲੈਕਟ ਇਜ਼ ਟੈਲਿੰਗ ਯੈਸ ਦਿਸ ਇਜ਼ ਦ ਪਰਪਸ ਆਫ ਲਾਈਫ। me or anyone actually has been convinced fully, yes, this is the purpose of life, but how can I achieve it? ਇੱਥੇ ਗੁਰੂ ਸਾਹਿਬ ਨੇ ਕਿਹਾ ਕਿ ਉਹ ਦਾਤਾ ਕਿਨ ਬਿਦ ਹੀਰਾ ਧੀਰੋ ਧੀਰਾ ਨਿਮਾਣੋ। ਇਹ ਹੀਰਾ, ਇਹ ਜਿਹੜਾ ਅੰਦਰ ਦਿਲ ਆ, ਇਹ ਜਿਹੜੀ ਅੰਦਰ ਆਵਾਜ਼ ਆ, ਜਿਹੜੀ ਕੌਨਸ਼ੀਅਸ ਆ, ਜਿਹੜੀ ਇਸ ਬਾਰੇ ਅਵੇਅਰ ਹੋ ਗਈ ਹੈ, ਇਹਨੂੰ ਹੁਣ ਪੇਸ਼ੈਂਸ ਨਹੀਂ ਹੈਗਾ। ਇਹਨੂੰ ਲੱਗ ਰਿਹਾ ਹੈ I have very less time, I have very big goal and I want to achieve as soon as possible. These kind of people who have this kind of, you can say, awareness, they are telling themselves, oh my conscious, or oh actually मेरा मन है, oh my mind, ऐसा ना होए रैन गवाई सोए कह दिवस गवाया खाए। People always feel proud when they have very good night deep sleep, and they sometimes mention, oh, I sleep like a baby, you know, so nice, it was very deep sleep, I even didn't have any dream. But people who are aware, they're thinking, no, life is not just for the resting on the bed, no, one day the permanent rest is coming toward my life. I will be actually fully, you can say, in rest situation. How? When the death is going to actually knock on my door. So until that, I have a task. The task to enjoy oneness with Almighty Akal Purkh Vaheguru. So that's why those kind of people, they're saying, no. Rain gavai soe kya. That's not good thing. Khair, naal bachan kya? Divas gavaya khaye. Daytime, from morning to evening, what we are actually, what kind of activities occupied us all the time? Just eating, breakfast, lunch, and between breaks some kind of coffee breaks, and then dinner and all this. People who are aware, no, life have really actually big purpose. They don't stuck in these activities at all. They are working toward their real goal. So that's why ਇਹ ਜਿਹੜਾ ਮਹਾਰਾਜ ਨੇ ਬਿਆਨ ਕੀਤਾ ਨਾ ਕਿ ਕਿਨ ਬਿਦ ਹੀਰਾ ਧੀਰੋ ਨਿਮਾਣੋ, ਇਹਨੂੰ ਕਿਵੇਂ ਧੀਰਜ ਵੱਜੇ ਹੋਣ, ਇਹਨੂੰ ਨਹੀਂ ਵੱਜਦਾ। ਪਤਾ ਲੱਗ ਗਿਆ ਟਾਈਮ ਥੋੜਾ ਹੈ, ਕੰਮ ਵੱਡਾ ਹੈ, ਪਤਾ ਨਹੀਂ ਆ ਦਿਨ ਅੱਜ ਮਿਲਿਆ ਕੱਲ ਮਿਲੇਗਾ ਕਿ ਨਹੀਂ ਮਿਲੇਗਾ, ਆ ਪਲ ਹੈ ਅਗਲਾ ਪਲ ਹੋਏਗਾ ਕਿ ਨਹੀਂ ਹੋਏਗਾ, ਤੇ ਮੈਂ ਜਿਸ ਚੀਜ਼ ਨੂੰ ਅਚੀਵ ਕਰਨ ਵਾਸਤੇ ਇੱਥੇ ਆਇਆ ਵਾਂ, ਆਈ ਕੈਨ ਨੋਟ ਵੇਸਟ ਮਾਈ ਲਾਈਫ। ਇਹ ਗੁਰੂ ਸਾਹਿਬ ਨੇ ਬਾਤ ਕੀਤੀ, ਕਿਨ ਬਿਦ ਧੀਰ ਕਿਨ ਬਿਦ ਹੀਰੋ ਧੀਰੈ ਨਿਮਾਣੋ, ਮਿਲ ਸਾਜਨ ਹੋ ਤੁਝ ਕੁਰਬਾਨੋ। ਉਹ ਮੇਰੇ ਸਾਜਨ, ਸਾਜਨ ਦਾ ਮਤਲਬ ਇੱਥੇ ਹੈ ਉਹ ਇੰਡੀਵਿਜੂਅਲ, ਇੰਸਟੀਟਿਊਸ਼ਨ ਔਰ ਐਨੀ ਪਰਸਨੈਲਿਟੀ, ਐਨੀਵਨ, ਕੋਈ ਹੋ ਸਕਦਾ ਆ ਜਿਹੜਾ ਤੁਹਾਡੀ ਫੇਵਰ ਵਿੱਚ ਹੁੰਦਾ, ਜਿਹੜਾ ਤੁਹਾਨੂੰ ਕੁਝ ਤੁਹਾਡੇ ਜਿਹੜਾ ਹੈਗਾ ਤੁਹਾਡੇ ਵਾਸਤੇ ਭਲਾ ਸੋਚਦਾ ਹੈ, ਜਿਹੜਾ ਤੁਹਾਡੀ ਵੈਲਫੇਅਰ ਵਾਸਤੇ ਕੰਮ ਕਰਦਾ ਆ। ਤੇ ਸਭ ਤੋਂ ਵੱਡੀ ਵੈਲਫੇਅਰ ਸਾਨੂੰ ਕੌਣ ਦੇ ਸਕਦਾ? ਅਕਾਲ ਪੁਰਖ ਵਾਹਿਗੁਰੂ। ਤੂੰ ਮੇਰਾ ਸੱਜਣ ਆ, ਮੈਂ ਇਸ ਦੁਨੀਆ 'ਚ ਬਾਹਰ ਹੋਰ ਸੱਜਣ ਬਣਾਉਣਾ ਪਿਆ, ਨਾ, ਮੈਨੂੰ ਤੂੰ ਸੱਜਣ ਦੇ ਨਾਲ ਨਾਤਾ ਬਣਾਉਣਾ ਚਾਹੀਦਾ ਹੈਗਾ। ਸੋ ਇਸ ਕਰਕੇ ਮਿਲ ਸਾਜਨ, ਉਹ ਮੇਰੇ ਅਸਲ ਸੱਜਣ, ਹਾਂ ਤੁਝ ਕੁਰਬਾਨੋ, ਮੈਂ ਤੇਰੇ ਤੋਂ ਆਪਣਾ ਆਪਾ ਕੁਰਬਾਨ ਕਰਦਾ ਹਾਂ, ਮੈਂ ਆਪਣਾ ਆਪਾ ਰੈਡੀ ਕਰਦਾ ਹਾਂ ਵੀ ਮੈਂ ਤੇਰੇ ਜੀਵਨ ਤੇਰੇ ਵਾਸਤੇ ਆਪਣਾ ਜੀਵਨ ਲੇਖੇ ਵਿੱਚ ਲਾ ਦੇਵਾਂ। ਹੁਣ ਇਹਨੂੰ ਥੋੜ੍ਹਾ ਜਿਹਾ ਇਸ ਐਂਗਲ ਤੋਂ ਜਾਣਨਾ, ਇਹ ਤਾਂ ਹੈਗੀ ਬੜੀ ਫਿਲਾਸਫੀਕਲ, ਬੜੀ ਦਾਰਸ਼ਨਿਕ ਵਿਆਖਿਆ ਜਿਹੜੀ ਆਪਾਂ ਕੀਤੀ ਹੈ ਸਾਰੀ।
ਜਿਹਨੂੰ ਅਸੀਂ ਪ੍ਰੈਕਟੀਕਲ ਵੇ ਦੇ ਨਾਲ ਐਗਜ਼ੀਕਿਊਟ ਕਰੀਏ ਫਿਰ ਕਿਸ ਤਰੀਕੇ ਨਾਲ ਕਰਾਂਗੇ। ਸਮਟਾਈਮ ਐਕਚੁਅਲੀ whenever I try to teach Gurbani or discuss Gurbani, I should not say teach, discuss Gurbani in class kind of environment, and my very young participants, they sometimes ask me very ticklish kind of questions. They say, Bhai Sahab, okay, very nice, very well said, whatever you are explaining, but what we are getting from it? How we can execute it in our lives? Tell us. In that way, we have to understand when we are talking about life, life mean according to Bani and according to any good source of the world, life mean time, sama. ਜ਼ਿੰਦਗੀ ਸਮਾਂ ਆ, ਹੋਰ ਕੁਛ ਨਹੀਂ ਹੈ, ਜਨਮ ਤੋਂ ਮਰਨ ਦੇ ਵਿੱਚ ਦਾ, ਦੈਟ ਇਜ਼ ਲਾਈਫ। ਜਦੋਂ ਅਸੀਂ ਕਹਿੰਦੇ ਆ ਡੋਂਟ ਵੇਸਟ ਯੂਰ ਲਾਈਫ, ਮੀਨ ਡੋਂਟ ਵੇਸਟ ਯੂਰ ਟਾਈਮ। People who really love, people who really say that we want to enjoy our lives, okay, who is stopping you to do that? No one. Just you by yourself aren't wasting your time. If you're wasting your time, that means you're wasting your life. So pay attention to that side. ਜ਼ਿੰਦਗੀ ਸਮਾਂ ਆ, ਸਮੇਂ ਦੀ ਕਦਰ ਕਰੋ, ਸਮੇਂ ਦੀ ਸੰਭਾਲ ਕਰੋ। ਤੇ ਜਦੋਂ ਅਸੀਂ ਇਹ ਕਹਿੰਦੇ ਆ ਇੱਥੇ ਕਿਹਾ ਕਿ ਮਿਲ ਸਾਜਨ ਹੋ ਤੁਝ ਕੁਰਬਾਨੋ, ਮੈਂ ਤੇਰੇ ਤੇ ਆਪਣਾ ਆਪਾ ਕੁਰਬਾਨ ਕਰਦਾ ਹਾਂ। I'm ready to give my life toward Akal Purkh Vaheguru, toward achieve my goal so that I can enjoy oneness with Almighty Akal Purkh Vaheguru. Then ਕੁਰਬਾਨ ਕੀ ਕਰਨਾ ਫਿਰ ਇਹਦੇ ਵਿੱਚ? ਸਮਾਂ, ਟਾਈਮ। ਕਿ ਮੈਂ ਰੈਡੀ ਹਾਂ ਆਪਣਾ ਸਮਾਂ ਉਸ ਪਾਸੇ ਇਨਵੈਸਟ ਕਰਨ ਵਾਸਤੇ। ਤੇ ਸਮਾਂ ਇਨਵੈਸਟ ਕਰਨਾ, ਇਹਦੇ 'ਚ ਸੰਗਤ ਦੀ ਗੱਲ ਵੀ ਹੋਏਗੀ, ਅੱਗੇ ਜਾ ਕੇ ਸ਼ਬਦ ਨੂੰ ਡਿਟੇਲ ਵਿਆਖਿਆ 'ਚ ਲੈ ਕੇ ਆਵਾਂਗੇ। ਹੁਣ ਸਭ ਤੋਂ ਵੱਡੀ ਗੱਲ ਹੈ ਵੀ ਸਮਾਂ ਇਨਵੈਸਟ ਕਰਦੇ ਹਾਂ ਅਸੀਂ ਲਾਈਫ ਤੋਂ। ਤੁਸੀਂ ਦੇਖੋ ਅਸੀਂ ਬੱਚਿਆਂ ਨੂੰ ਕੰਪੈਲ ਕਰਦੇ ਹਾਂ ਆਪਣਾ ਸਮਾਂ ਇਨਵੈਸਟ ਕਰੋ। ਕਾਹਦੇ ਵਾਸਤੇ? ਐਕੈਡੈਮਿਕਲੀ ਆਪਣੇ ਆਪ ਨੂੰ ਸਟਰੋਂਗ ਕਰਨ ਵਾਸਤੇ, ਲਿਟਰੇਚਰ ਨੂੰ ਜਿਹੜਾ ਪੜ੍ਹਨ ਵਾਸਤੇ, ਡਿਫਰੈਂਟ ਸਬਜੈਕਟਸ ਵਿੱਚ ਆਪਣੇ ਆਪ ਨੂੰ ਜਿਹੜਾ ਹੈਗਾ ਐਕਸਪਰਟ ਕਰਨ ਵਾਸਤੇ। ਵਾਈ? ਬਿਕੋਜ਼ ਵੀ ਨੋ ਇਫ they're going to get some kind of expertise in subjects, after that they can enjoy their lives, because they can enjoy their actually good earning hands, ਉਹਨਾਂ ਕੋਲ ਚੰਗੀ ਕਮਾਈ ਦੇ ਸਾਧਨ ਆ ਜਾਣਗੇ, ਸਭ ਚੀਜ਼ਾਂ ਹੋ ਜਾਣਗੀਆਂ ਇਸ ਢੰਗ ਦੇ ਨਾਲ। ਪਰ ਇਹਦੇ ਨਾਲ ਦੀ ਨਾਲ ਇਹ ਵੀ ਹੈ ਥੋੜ੍ਹਾ ਬਹੁਤਾ ਕੰਪੈਲ ਕਰਕੇ, ਪੁਸ਼ ਕਰਕੇ ਇਸ ਪਾਸੇ ਲਗਾਉਣਾ ਕਿ ਜ਼ਿੰਦਗੀ ਦੀ ਕੋਈ ਸੈਂਸ ਆ ਸਕੇ, ਤਾਂ ਕਿ ਜਦੋਂ ਮੈਂ ਲਾਈਫ ਨੂੰ ਇੰਜੋਏ ਕਰਨ ਦੀ ਬਾਤ ਕਰਾਂ, ਸ਼ੁੱਡ ਨੋਟ ਮੇਕ ਸਮ ਨੌਨਸੈਂਸ ਚੋਇਸਿਸ ਵਿਚ ਮਾਈਟ ਐਕਚੁਅਲੀ ਜਿਹੜੀਆਂ ਸ਼ਾਇਦ ਚੰਗੀਆਂ ਲੱਗਣ, ਲੁੱਕ ਲਾਈਕ they gonna give me some kind of enjoyment, but once I'm able to see the end part of these choices, then definitely ਮੈਂ ਉਹਨਾਂ ਤੋਂ ਆਪਣੇ ਆਪ ਨੂੰ ਅਵੋਇਡ ਕਰ ਸਕਾਂ। ਅਤੇ ਉਹਨੂੰ ਅਵੋਇਡ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਬੰਦਾ ਕਿਤੇ ਕਿਸੇ ਸਪਿਰਿਚੁਅਲ ਸਾਈਡ ਤੋਂ ਆਪਣੇ ਆਪ ਨੂੰ ਅੰਗੇਜ ਕਰਦਾ ਆ, ਐਸੋਸੀਏਸ਼ਨ ਬਿਲਡ ਕਰਦਾ ਉਸ ਕਿਸਮ ਦੀ। ਇਹ ਹੈ ਉਸ ਤਰੀਕੇ ਨਾਲ ਆਪਣੇ ਜੀਵਨ ਨੂੰ ਉਹਦੇ ਤੋਂ ਕੁਰਬਾਨ ਕਰਨਾ। ਲੋਕ ਕਈ ਵਾਰੀ ਕਹਿ ਵੀ ਦਿੰਦੇ, ਲਿਟਰਲੀ ਤੌਰ 'ਤੇ ਕਹਿ ਦਿੰਦੇ ਨੇ, ਲੈ ਪਾਠ ਕਰਨ ਦਾ ਕੀ ਫਾਇਦਾ, 2-4 ਘੰਟੇ ਪਾਠ ਕਰਨਾ, ਇਹਦੇ ਨਾਲ ਚੰਗਾ 2-4 ਘੰਟੇ ਕਿਤੇ ਕੰਮ ਕਰ, ਪੈਸੇ ਮਿਲਣਗੇ। ਬਿਲਕੁਲ ਠੀਕ ਗੱਲ ਹੈ, ਕਿਉਂਕਿ ਜੇ ਕੋਈ ਬਹੁਤ ਨੇੜਲਾ ਗੋਲ ਆ ਤਾਂ ਫਿਰ ਉਹ ਫੁੱਲਫਿਲ ਕਰੋ। ਪਰ ਜੇ ਇੱਕ ਲੌਂਗ ਰਨ ਦੇ ਵਿੱਚ ਗੋਲ ਦੇਖਣਾ ਆ, ਬੱਚੇ ਕਈ ਵਾਰੀ ਕਹਿਣਗੇ if I'm actually learning science, chemistry, math or other subjects, those gonna help me to earn my degrees and later on earn my actually good wages or good kind of careers. But if I'm just learning Gurbani or Punjabi, sometimes they say Punjabi or Gurmukhi, those things, how these things gonna help me at all? ਭਾਈ ਇਹ ਚੀਜ਼ਾਂ ਹੈਲਪ ਕਰਨਗੀਆਂ ਜ਼ਿੰਦਗੀ ਜੀਣ ਦੇ ਵਿੱਚ। These things are going to help you to enjoy your real life. You can earn your real self. So that's why Maharaj is saying, ਜੇ ਕੁਰਬਾਨ ਜਾਣਾ ਉਹਦੇ ਤੋਂ, ਫਿਰ ਸਮਾਂ ਇਨਵੈਸਟ ਕਰ ਉਹਦੇ ਵਿੱਚ। ਇਹ ਹੈ
ਗੁਰੂ ਅਰਜਨ ਸਾਹਿਬ ਦਾ ਸੰਦੇਸ਼, ਮਿਲ ਸਾਜਨ ਹੋਂ ਤੁਝ ਕੁਰਬਾਨੋ। ਫਿਰ ਇਹਦੇ 'ਚ ਕੁਝ ਕਾਈਂਡ ਆਫ ਮਾਈਂਡ ਸੈੱਟ ਦੀ ਗੱਲ ਹੋ ਰਹੀ ਹੈ ਪਹਿਲੇ ਪਦੇ 'ਚ, ਉਹਦੀ ਜਿਹੜੀ ਹੈ ਟਰਾਂਸਲੇਸ਼ਨ ਕਰਕੇ ਅਸੀਂ ਵਾਈਂਡ ਕਰ ਦਿੰਦੇ ਹਾਂ ਸਾਰਾ ਦਾ ਸਾਰਾ ਅੱਜ ਦਾ ਮੈਸੇਜ। ਉਮਕਿਓ ਹੀਓ ਮਿਲਨ ਪ੍ਰਭਤਾਈ। ਉਮਕਾ ਹੁੰਦਾ ਆ ਜਦੋਂ ਕਿਸੇ ਚੀਜ਼ ਵਾਸਤੇ ਬਹੁਤ ਡੀਪ ਲੈਵਲ ਦੀ ਕ੍ਰੇਵਿੰਗ ਪੈਦਾ ਹੋ ਜਾਏ ਅੰਦਰ। when we are craving for something, that is umka. I cannot stop myself until I achieve or I actually get that stuff which I really need, which I really want. ਇਹ ਹੈ umka। ਕਹਿਣ ਲੱਗੇ ਹੁਣ ਕੀ ਹੈ, ਕੱਲ ਤੱਕ ਤੇ ਮੈਂ ਇਹਦੇ ਬਾਰੇ ਅਵੇਅਰ ਨਹੀਂ ਸੀਗਾ। ਮੋਸਟਲੀ ਵੀ ਆਰ ਆਲ ਪੈਸਿਵ ਫਰਮ ਦਿਸ ਸਾਈਡ, ਸਪੈਸ਼ਲੀ for spiritual betterment. Once someone's actually inner is getting awareness towards spirituality or toward divine Akal Purkh, Vaheguru's presence or ਉਹਦੀ enjoyment ਵਾਲੇ ਪਾਸੇ, then that individual might not actually have enough patience. That individual might have some kind of ਜਿਹੜਾ ਹੈ ਜਿਹਨੂੰ ਕਿਹਾ ਜਾਏ ਕਿ ਉਹਦੇ 'ਚ ਇੱਕ ਉਮਕਾ ਆ, ਕਾਲਾ ਬਣਿਆ ਦਾਤਾ ਤਰਸ ਕਰ, ਕਿਉਂ ਨਹੀਂ ਕਰਦਾ। ਇੱਥੋਂ ਫਿਰ ਭਗਤੀ ਦਾ ਬੈਰਾਗ ਪੈਦਾ ਹੁੰਦਾ ਇੱਕ। ਇਹ ਸਭ ਨੇ ਕਿਹਾ ਉਮਕਿਓ ਹੀਓ ਮਿਲਨ ਪ੍ਰਭ ਤਾਂ ਹੀ, ਉਹ ਪ੍ਰਭੂ ਤੈਨੂੰ ਮਿਲਣ ਵਾਸਤੇ ਹੁਣ ਅੰਦਰ ਇੱਕ ਉਮਕਾ ਪੈਦਾ ਹੋ ਗਿਆ ਹੈਗਾ। ਫਿਰ ਨਾਲ ਹੀ ਹੋਇਆ ਖੋਜਤ ਚਰਿਓ ਦੇਖਿਓ ਪਿਰ ਜਾਈ। ਫਿਰ ਜਿਹਨੂੰ ਭੁੱਖ ਲੱਗੀ ਹੋਏ ਤੇ ਉਹ ਇੱਕ ਥਾਂ ਤੇ ਆਰਾਮ ਨਾਲ ਬੈਠ ਥੋੜ੍ਹਾ ਜਾਂਦਾ ਹੈਗਾ, ਉਹ ਤੇ ਫਿਰ ਇੱਧਰ ਉੱਧਰ ਭੱਜਦਾ ਆ। ਪਾਣੀ ਦੀ ਪਿਆਸ ਲੱਗੀ, ਉਹ ਬੰਦਾ ਲੱਭਦਾ, ਕੂਕਦਾ, ਪਾਣੀ ਮਿਲੇਗਾ, ਕਿੱਥੋਂ ਮਿਲੇਗਾ, ਇਸ ਤਰੀਕੇ ਨਾਲ। ਸੋ ਖੋਜਤ ਚਰਿਓ, that's why I'm seeker of Almighty Akal Purkh, Vaheguru's actually presence. I'm seeker of the knowledge which can help me to attain, to earn the presence of Akal Purkh, Vaheguru in my life. So that is actually devotional activity ਮੇਰੇ ਨਾਲ ਹੋਣੀ ਸ਼ੁਰੂ। ਇਹਨੂੰ devotion ਕਹਿੰਦੇ, ਭਗਤੀ ਹੈ ਅਸਲ ਸਾਰੇ। ਕਹਿੰਦੇ ਖੋਜਤ ਚਰਿਓ ਦੇਖਿਓ ਪਿਰੇ ਜਾਈ। ਹੁਣ ਪਿਰੇ ਨੂੰ ਵੇਖਣ ਵਾਸਤੇ ਮੈਂ ਉਸ ਲੈਵਲ ਤੇ ਆ ਗਿਆ। ਸੁਨਤ ਸੰਦੇਸ਼ ਸਰੂਪ ਪਿਰੇ ਗ੍ਰਹਿ ਸੇਜ ਵਿਛਾਈ। ਅਜੇ ਮੈਂ ਸੰਦੇਸ਼ ਪਤਾ ਲੱਗਾ ਵੀ ਮੈਨੂੰ ਪਤਾ ਲੱਗਾ ਜੇ ਜੀਵਨ ਐਵੇਂ ਦਾ ਬਣਾ ਲਈਏ ਨਾ ਤਾਂ ਤਰਸ ਕਰ ਦਿੰਦਾ ਕਈ ਵਾਰੀ। ਸੇਜ ਵਿਛਣੀ ਸ਼ੁਰੂ ਹੋ ਗਈ ਆ ਹੁਣ। ਸੋ ਉਹਦੇ ਚ ਬਚਨ ਆਇਆ, ਸੁਨਤ ਸੰਦੇਸ਼ ਸਰੂਪ ਪਿਰੇ ਗ੍ਰਹਿ ਸੇਜ ਵਿਛਾਈ, ਪਰਮ ਆਇਓ ਤੋ ਨਦਰ ਨਾ ਪਾਈ। ਬੜੀ ਭਟਕਣਾ ਕਰ ਕਰਕੇ ਵੀ ਲੋਕ ਆਏ ਨੇ, ਪਰ ਜ਼ਰੂਰੀ ਨਹੀਂ ਉਹਦਾ ਤਰਸ ਆਵੇ, ਉਹਦੀ ਨਜ਼ਰ ਆਵੇ। ਇਹ ਤਾਂ ਹੈ ਕਿ ਉਹ ਆਪ ਕਿਤੇ ਆਪਣੇ ਤਰਸ ਨੂੰ ਆਪ ਹੀ ਵਿਖਾਵੇ। ਅਗਲੇ ਸ਼ਬਦ ਜਿਹਦੀ ਵਿਵੇਚਨਾ ਹੈ, ਜਿਹਦੀ ਬਾਤ ਆਉਂਦੇ ਕੱਲ੍ਹ ਪਾਉਣ ਦਾ ਯਤਨ ਕਰਾਂਗੇ। ਅੱਜ ਵਾਸਤੇ ਇੱਥੇ ਸਮਾਪਤੀ। ਭੁੱਲਾਂ ਗਲਤੀਆਂ ਲਈ ਮਾਫੀ। ਇੱਕ ਵਾਰ ਫਿਰ ਇਸ ਕਰੋਨਾ ਵਾਇਰਸ ਦੇ ਸਮੇਂ ਦੇ ਵਿੱਚ ਮਾਲਕ ਦੇ ਚਰਨਾਂ 'ਚ ਅਰਦਾਸ, ਦਾਤਾ ਤਰਸ ਕਰੀ, ਸਭ ਨੂੰ ਸ਼ਫਾ ਬਖਸ਼ੀ। ਬਾਕੀ ਤੇਰਾ ਹੁਕਮ ਆ, ਆਪਣੀ ਰਜ਼ਾ ਵਿੱਚ ਰਾਜ਼ੀ ਰੱਖੀ। ਜਿਵੇਂ ਅਥਾਰਟੀ ਸਾਨੂੰ ਜਿਹੜੇ ਪ੍ਰੀਕਾਸ਼ਨਸ, ਮੈਜਰਮੈਂਟਸ ਲੈਣ ਦੀਆਂ ਗੱਲਾਂ ਕਰ ਰਹੀਆਂ ਨੇ, we should always actually take them and we must take them actually to save our lives, to save others' lives. ਇਹ ਬੜਾ ਜ਼ਰੂਰੀ ਹੈਗਾ ਆ। ਅੱਜ ਵਾਸਤੇ ਇੱਥੇ ਸਮਾਪਤੀ। ਭਾਈ ਸਾਹਿਬ ਨੇ ਅਗਲਾ ਪ੍ਰੋਗਰਾਮ ਸਰਵਨ ਕਰਵਾਉਣਗੇ। ਮੈਂ ਇਜਾਜ਼ਤ ਚਾਹਾਂਗਾ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।